समाज सेवा के क्षेत्र में नित्य नए मील पत्थर लगा रहे दुबई के प्रसिद्ध कारोबारी और सरबत का भला चैरिटेबल ट्रस्ट के प्रमुख डॉक्टर SP सिंह ओब्राय ने एक बार फिर जरूरतमंदों का मसीहा बनते हुए भारत से रोजी रोटी कमाने गई हुई 12 बेबस लड़कियों को अपनी जेब में से पैसा खर्च करके 11 को सुरक्षित वापस वतन पहुंचाया। मेरा नाम बबली है। ਤੁਸੀਂ ਕਿਵੇਂ ਫਸ ਗਏ ਸੀਗੇ ਦੁਬਈ, ਪਹਿਲੇ ਤੇ ਇਹ ਦੱਸੋ। ਔਰ ਉੱਥੇ ਇਸ ਵੇਲੇ ਕੀ ਸਿਚੁਏਸ਼ਨ ਹੈ ਜਿਹੜੀਆਂ ਲੜਕੀਆਂ ਫਸੀਆਂ ਹੋਈਆਂ ਇੰਡੀਆ ਔਰ ਦੂਸਰੇ ਮੁਲਕ? ਸਰ ਇਸ ਤਰ੍ਹਾਂ ਹੈ ਕਿ ਅਸੀਂ ਹਾਊਸਕੀਪਿੰਗ ਦੇ ਕੰਮ 'ਚ ਮਤਲਬ ਗਈਆਂ ਸੀ, ਏਜੰਟਾਂ ਦੇ ਥਰੂ ਗਈਆਂ ਸੀ ਤੇ ਉਹਨਾਂ ਨੇ ਸਾਨੂੰ ਉੱਥੇ ਜਾ ਕੇ ਫਸਾ ਦਿੱਤਾ ਤੇ ਅਸੀਂ ਉੱਥੇ ਬਹੁਤ ਭੈਣਾਂ ਤੰਗ ਆ। ਅਸੀਂ ਦੁਬਈ 'ਚ ਗਏ ਸੀ, ਬਾਅਦ ਵਿੱਚ ਉਸੇ ਏਜੰਟਾਂ ਨੇ ਸਾਡੇ ਨੰਬਰ ਬਲੌਕ ਕਰ ਦਿੱਤੇ ਤੇ ਅਸੀਂ ਉਸ ਕੰਪਨੀ 'ਚ ਰਹਿ ਰਹੇ ਸੀ। ਉੱਥੇ ਸਾਨੂੰ ਬਹੁਤ ਤੰਗੀ ਸੀ, ਉਹ ਸਾਨੂੰ ਅਕੋਮੋਡੇਸ਼ਨ 'ਚ ਰੱਖਦੇ ਸੀ। 4 ਮਹੀਨੇ ਅਸੀਂ ਅਕੋਮੋਡੇਸ਼ਨ 'ਚ ਰਹੇ ਤੇ ਉੱਥੇ ਸਾਨੂੰ ਕੰਮ ਨਹੀਂ ਮਿਲਿਆ ਤੇ ਅਸੀਂ ਉਹਨਾਂ ਨੂੰ ਕਈ ਵਾਰ ਕਹਿੰਦੇ ਸੀ ਸਾਨੂੰ ਕੰਮ ਨਹੀਂ ਮਿਲਦਾ, ਤੁਹਾਡੇ ਕੋਲ ਕੰਮ ਨਹੀਂ ਹੈਗਾ ਤੇ ਸਾਨੂੰ ਵਾਪਸ ਭੇਜ ਦਿਓ, ਲੇਕਿਨ ਉਹ ਇਸ ਗੱਲ ਤੇ ਰਾਜ਼ੀ ਨਹੀਂ ਸੀ। ਉਹ ਕਹਿੰਦੇ ਸੀ ਤੁਹਾਨੂੰ 1.5 ਲੱਖ ਰੁਪਇਆ ਦੇਣਾ ਪੈਣਾ ਹੈ ਤੁਸੀਂ ਇੱਥੋਂ ਵਾਪਸ ਨਿਕਲਣ ਲਈ, ਤੇ ਤੁਹਾਡੇ ਏਜੰਟ ਲੈ ਕੇ ਗਏ ਨੇ ਜਿਹੜੇ ਮੇਰੇ ਕੋਲੋਂ, ਕੰਪਨੀ ਦਾ ਓਨਰ ਕਹਿੰਦਾ ਸੀ ਸਾਨੂੰ ਤੁਸੀਂ 1.5 ਲੱਖ ਰੁਪਇਆ ਦਿਓ ਤੇ ਇੱਥੋਂ ਨਿਕਲ ਸਕਦੇ ਹੋ। ਲੇਕਿਨ ਸਾਡੇ ਕੋਲ, ਅਸੀਂ ਗਰੀਬ ਘਰਾਂ ਦੇ ਪਰਿਵਾਰ 'ਚੋਂ ਹੈ, ਸਾਡੇ ਕੋਲ ਇੰਨਾ ਪੈਸਾ ਨਹੀਂ ਸੀ ਤੇ ਅਸੀਂ ਨਹੀਂ ਦੇ ਸਕਦੇ ਸੀ। ਫਿਰ ਸਾਨੂੰ ਕਿਸੇ ਨੇ SP ਓਬਰਾਏ ਦਾ ਨੰਬਰ ਦਿੱਤਾ, ਜਿਨ੍ਹਾਂ ਨਾਲ ਕੰਟੈਕਟ ਕਰੋ, ਲੜਕੀਆਂ ਨੂੰ ਮਤਲਬ ਤੁਹਾਨੂੰ ਇੱਥੋਂ ਕਢਾਉਣਗੇ। ਔਰ ਮੈਂ SP ਓਬਰਾਏ ਉਹਨਾਂ ਨਾਲ ਕੰਟੈਕਟ ਕੀਤਾ ਆਪਣੇ WhatsApp ਤੇ ਉਹਨਾਂ ਨੇ ਸਾਡੀ ਮਦਦ ਕੀਤੀ ਔਰ ਉਹਨਾਂ ਨੇ ਸਾਨੂੰ 8 ਲੜਕੀਆਂ ਨੂੰ ਕਢਾਇਆ ਔਰ 3 ਲੜਕੀਆਂ ਉਹਨਾਂ ਨੇ ਦਿੱਲੀ ਤੋਂ ਕਢਾਈਆਂ। ਇੰਡੀਅਨ ਹਾਈ ਕਮਿਸ਼ਨ ਨੂੰ ਕੰਟੈਕਟ ਨਹੀਂ ਕੀਤਾ ਜੀ? ਨਹੀਂ ਸਰ, ਉੱਥੇ ਸਾਡੇ ਕੋਲ ਸਿਰਫ WhatsApp ਸੀ, ਸਾਡੇ ਫੋਨਾਂ 'ਚ ਸਿਮਾਂ ਨਹੀਂ ਸੀ ਹੈਗੀਆਂ ਤੇ ਅਸੀਂ ਇਹਨਾਂ ਦਾ SP ਓਬਰਾਏ ਉਹਨਾਂ ਦਾ ਵੀ ਨੰਬਰ ਬੜੀ ਮੁਸ਼ਕਲ ਨਾਲ ਲਿਆ ਸੀ ਔਰ ਫਿਰ ਮੈਂ ਹੀ ਇਹਨਾਂ ਨਾਲ ਕੰਟੈਕਟ ਕੀਤਾ ਸੀ ਕਿ ਇਸ ਤਰ੍ਹਾਂ ਅਸੀਂ ਫਸੀਆਂ ਹੋਈਆਂ ਨੇ, ਸਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ, ਅਸੀਂ ਵਾਪਸ ਆਉਣਾ ਚਾਹੁੰਦੇ ਹਾਂ। ਦੁਬਈ 'ਚ ਇਸ ਤਰ੍ਹਾਂ ਦੇ ਕਿੰਨੇ ਕੇਸਿਸ ਤੁਸੀਂ? ਸਰ ਉੱਥੇ ਬਹੁਤ ਜ਼ਿਆਦਾ ਕੁੜੀਆਂ ਫਸੀਆਂ ਹੋਈਆਂ ਨੇ, ਉੱਥੇ ਕਮ ਸੇ ਕਮ ਇਸ ਟਾਈਮ ਵੀ 200-300 ਲੜਕੀਆਂ ਫਸੀਆਂ ਹੋਈਆਂ ਨੇ ਜਿਹੜੀਆਂ ਕਿ ਘਰ ਵਾਪਸ ਜਾਣਾ ਚਾਹੁੰਦੀਆਂ ਨੇ, ਲੇਕਿਨ ਉਹਨਾਂ ਕੋਲ ਪੈਸੇ ਨਹੀਂ ਹੈ ਜੋ ਕਿ ਏਜੰਟ ਲੈ ਕੇ ਜਾ ਚੁੱਕੇ ਨੇ ਔਰ ਸਾਨੂੰ ਇਹ ਪਤਾ ਵੀ ਨਹੀਂ ਹੁੰਦਾ ਕਿ ਸਾਡੇ ਏਜੰਟ ਬਾਬੇ ਨੂੰ ਸਾਡੇ ਕੋਲ ਵੇਚ ਕੇ ਸਾਡੇ ਪੈਸੇ ਲੈ ਕੇ ਜਾਂਦੇ ਨੇ। ਤੁਸੀਂ ਕੋਸ਼ਿਸ਼ ਜਦੋਂ ਕੀਤੀ, ਅਟੈਂਪਟ ਕੀਤੀ ਹੈ ਉਹਨਾਂ ਨੂੰ ਵਾਪਸ ਆਉਣ ਦੀ, ਏਜੰਟਸ ਨੂੰ ਵਾਪਸ ਆ ਕੇ ਹੁਣ ਤੁਸੀਂ ਇੰਡੀਆ ਆ ਗਏ, ਤੁਹਾਨੂੰ ਲੱਗਦਾ ਹੈ ਕਿ ਏਜੰਟਸ ਦੇ ਉੱਤੇ ਕੋਈ? ਹਾਂਜੀ ਸਰ, ਅਸੀਂ ਇਹੀ ਕਹਿੰਦੇ ਕਿ ਮੈਂ ਤਾਂ ਏਜੰਟ ਨੂੰ ਵਾਪਸ ਬੁਲਾਉਣ ਵਾਸਤੇ ਵੀ ਪੈਸੇ ਦਿੱਤੇ ਸੀ ਕਿ ਮੈਨੂੰ ਵਾਪਸ ਬੁਲਾਇਆ ਜਾਵੇ, ਲੇਕਿਨ ਉਹ ਵੀ ਏਜੰਟ ਮੇਰੇ ਅੰਮ੍ਰਿਤਸਰ ਦੇ ਸ਼ਾਫੀ ਮੈਡਮ, ਉਹ ਵੀ ਖਾ ਗਏ ਪੈਸੇ, ਉਹਨਾਂ ਨੇ ਮੈਨੂੰ ਵਾਪਸ ਨਹੀਂ ਬੁਲਾਇਆ। ਅਸੀਂ SP ਓਬਰਾਏ ਉਹਨਾਂ ਦੀ ਮਦਦ ਨਾਲ ਅਸੀਂ ਸਾਰੀਆਂ ਲੜਕੀਆਂ ਨਿਕਲੀਆਂ ਇੱਥੋਂ। ਤੁਹਾਨੂੰ ਕੀ ਲੱਗਦਾ ਕਿ ਜਿਹੜੇ ਬੱਚੇ ਜਾਂ ਜਿਹੜੀ ਲੜਕੀਆਂ ਲੜਕੇ ਇੱਕ ਗ੍ਰੀਨ ਪੈਸਚਰ ਸਮਝਦੇ ਨੇ ਕਿ ਦੂਸਰੇ ਪਾਸੇ ਜ਼ਿਆਦਾ ਕੰਮ ਹੈ, ਆਪਣਾ ਮੁਲਕ ਛੱਡ ਕੇ ਜਾਂਦੇ ਨੇ, ਜਾਣਾ ਚਾਹੀਦਾ? ਨਹੀਂ ਜਾਣਾ ਚਾਹੀਦਾ। ਮੈਂ ਤੇ ਅਦਰਵਾਈਜ਼ ਇਹੀ ਸਟੈਪ ਲਿਆ ਹੈ ਕਿ ਸਾਨੂੰ ਆਪਣਾ ਮੁਲਕ ਛੱਡ ਕੇ ਨਹੀਂ ਜਾਣਾ, ਚਾਹੇ ਸਾਨੂੰ ਥੋੜੀ ਮਿਲੇ, ਅਸੀਂ ਇੱਥੇ ਬਿਲਕੁਲ ਥੋੜੀ ਖਾ ਕੇ ਗੁਜ਼ਾਰਾ ਕਰਨਾ ਚਾਹੀਦਾ, ਸਾਨੂੰ ਬਾਹਰ ਨਹੀਂ ਜਾਣਾ ਚਾਹੀਦਾ। ਥੈਂਕ ਯੂ ਵੈਰੀ ਮਚ। ਪਲਕ ਦੇ ਸਾਰੇ ਅਸੀਂ ਗਿੱਦੜਵਾ ਪਿੰਡ ਵਿੱਚ ਫੋਨ ਕੀਤਾ, ਸਾਨੂੰ ਇੱਕ ਭੈਣ ਨੇ ਉੱਥੋਂ ਮਤਲਬ ਕਿ ਐਡਰੈਸ ਦਿੱਤਾ ਕਿ ਤੁਸੀਂ ਉਹਨਾਂ ਨਾਲ ਗੱਲ ਕਰੋ, ਓਬਰਾਏ ਨਾਲ, ਦਿਲਬਾਗ ਸਿੰਘ ਪਤਾ ਨਹੀਂ ਕੁਛ ਇਸ ਤਰ੍ਹਾਂ ਦਾ ਨਾਮ ਆ, ਗਿੱਦੜਵਾ ਪਿੰਡ 'ਚ ਹੈਗੇ ਨੇ, ਉਹਨਾਂ ਦਾ SP ਓਬਰਾਏ ਨਾਲ ਮਤਲਬ ਕਿ ਕਾਫੀ ਸੰਪਰਕ ਆ। ਅਸੀਂ ਫੋਨ ਤੇ ਹੀ ਗੱਲ ਕੀਤੀ, ਅਸੀਂ ਗਏ ਵੀ ਨਹੀਂ ਉਹਨਾਂ ਕੋਲ, ਅੱਜ ਤੱਕ ਅਸੀਂ ਸ਼ਕਲ ਵੀ ਨਹੀਂ ਉਹਨਾਂ ਦੀ ਦੇਖੀ, ਪਰ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਆ, ਲੈ ਕੇ ਆਏ ਨੇ ਸਾਨੂੰ ਵਾਪਸ, ਸਾਡੀ ਭੈਣ ਨੂੰ ਲੈ ਕੇ ਆਏ ਨੇ। ਇੱਕ ਵਿਧਵਾ ਔਰਤ ਸੀ, ਅਸੀਂ ਉਹਦੀ ਨਾ ਉਮੀਦੀ ਵਿੱਚ ਗੱਲ ਪਾ ਦਿੱਤੀ ਸੀ, ਅਸੀਂ ਆਖਿਆ ਇਹਦੀ ਮਦਦ ਹੁਣ ਕਿੰਨੇ ਕਰਨੀ ਆ, ਮਗਰ ਇਹਦੇ ਮਗਰ ਕੌਣ ਆ, ਬਿਲਕੁਲ ਉਹਦੇ ਕੋਲ ਪੈਸਾ ਵੀ ਨਹੀਂ ਸੀ, ਭੁੱਖੀ ਰਹਿੰਦੀ ਹੈ। ਜੇ ਕਿਤੇ ਕੰਮ ਕਰਨ 1-2 ਜਗ੍ਹਾ ਉਹਨਾਂ ਨੇ ਭੇਜਿਆ ਤੇ ਉਹਨਾਂ ਨੇ ਵੀ ਉਹਨੂੰ ਬਿਲਕੁਲ ਕੁਝ ਖਾਣ ਨੂੰ ਨਹੀਂ ਦਿੱਤਾ, ਰੋਟੀ ਨਹੀਂ ਦਿੱਤੀ ਤੇ ਕਹਿੰਦੀ ਦੀਦੀ ਮੈਂ ਤਾਂ ਭੁੱਖੀ ਮਰ ਜਾਣਾ ਤੇ ਹੋ ਸਕਦਾ ਮੈਨੂੰ ਕਿਸੇ ਤਰੀਕੇ ਬੁਲਾ ਲਓ। ਅਸੀਂ ਬੜੀ ਖੁਦਾ ਗਾੜੀ ਪ੍ਰਾਰਥਨਾ ਕਰਦੇ ਰਹੇ। ਫਿਰ ਸਾਨੂੰ ਗਿੱਦੜਵਾ ਵਾਲਿਆਂ ਦਾ ਨੰਬਰ ਮਿਲਿਆ, ਮੇਰੀ ਭੈਣ ਨੂੰ, ਉਹਨੇ ਉੱਥੋਂ ਸਾਨੂੰ ਇਹ ਨੰਬਰ ਦਿੱਤੇ, ਅਸੀਂ ਨੰਬਰ ਦੇ ਜੀ ਉਹਨਾਂ ਨਾਲ ਗੱਲ ਕੀਤੀ
ਫਿਰ ਉਹਨਾਂ ਨੇ ਸਾਨੂੰ ਐਸਪੀ ਉਬਰਾਏ ਦਾ ਨੰਬਰ ਦਿੱਤਾ, ਕਹਿੰਦੇ ਤੁਸੀਂ ਇਹਨਾਂ ਨਾਲ ਗੱਲ ਕਰੋ। ਅਸੀਂ ਉਹਨਾਂ ਨਾਲ ਵੀ ਫਿਰ ਗੱਲ ਕੀਤੀ। ਉਹਨਾਂ ਨੇ ਫਿਰ ਕਿਹਾ ਕਿ ਅਸੀਂ ਤੁਹਾਡੀ ਬੇਟੀ ਨੂੰ ਵਾਪਸ ਲੈ ਕੇ ਆਵਾਂਗੇ ਹਰ ਹਾਲ 'ਚ, ਜਿਸ ਤਰ੍ਹਾਂ ਵੀ ਸਾਡੇ ਕੋਲ ਹੈ। ਕੀ ਸਮਝਦੇ ਹੋ ਕਿ ਜਿਹੜੇ ਲੋਕ ਇੱਕ ਇਹ ਸੋਚ ਕੇ ਚਲੇ ਜਾਂਦੇ ਆ ਦੁਬਈ ਕਿ ਉੱਥੇ ਪਤਾ ਨਹੀਂ ਕੀ ਹੁੰਦਾ, ਇੱਥੇ ਹੀ ਰਹਿ ਕੇ ਕੰਮ ਕਰਨਾ ਚਾਹੀਦਾ, ਹਾਂਜੀ, ਤੁਸੀਂ ਕੀ ਸਮਝਦੇ? ਇਹ ਬਿਲਕੁਲ ਗਲਤ ਹੈ ਜੀ। ਬਾਹਰ ਕੁਝ ਨਹੀਂ ਹੈਗਾ। ਸਾਡਾ ਦੇਸ਼ ਪੰਜਾਬ ਵੀ ਜਿਹੜਾ ਸੋਨੇ ਦੀ ਚਿੜੀਆ ਵਾ, ਲੋਕਾਂ ਦਾ ਬਿਲਕੁਲ ਗਲਤ ਇਰਾਦਾ ਵਾ ਕਿ ਅਸੀਂ ਬਾਹਰ ਜਾ ਕੇ ਜ਼ਿਆਦਾ ਕਮਾ ਲਾਵਾਂਗੇ। ਨਹੀਂ, ਆਪਣੇ ਦੇਸ਼ ਦੇ ਵਿੱਚ ਹੀ ਰਹਿਣ, ਆਪਣੇ ਦੇਸ਼ ਦੇ ਵਿੱਚ ਹੀ ਕੰਮ ਕਰਨ, ਆਪਣੇ ਦੇਸ਼ ਦੇ ਵਿੱਚ ਹੀ। ਸਾਡਾ ਦੇਸ਼ ਸਾਨੂੰ ਬਾਅਦ ਦੇਖੋ ਅੱਜ ਕੱਲ੍ਹ ਕਿੰਨਾ ਸੋਹਣਾ ਸਾਨੂੰ ਕਣਕ ਮਿਲਦੀ ਪਈ ਆ। ਅਸੀਂ ਵੀ ਆਪਣੀ ਭੈਣ ਨੂੰ ਇਹੋ ਹੀ ਕਿਹਾ, ਬੇਟੇ ਤੂੰ ਵਾਪਸ ਆ, ਹਰ ਹਾਲ ਵਿੱਚ ਤੈਨੂੰ ਕਣਕ ਮਿਲਦੀ ਪਈ ਆ, ਤੂੰ ਆਪਣੇ ਘਰ ਲੂਣ ਦੇ ਨਾਲ ਰੋਟੀ ਵੀ ਖਾ ਸਕਦੀ ਆ। ਸਾਡੇ ਦੇਸ਼ ਨੇ ਸਾਡੇ ਵਾਸਤੇ ਬਹੁਤ ਕੁਝ ਸੋਚਿਆ ਦਾ ਵਾ। ਤੁਹਾਨੂੰ ਲੱਗਦਾ ਕਿ ਗਵਰਨਮੈਂਟਸ ਨੂੰ ਵੀ ਕੁਝ ਸਖਤੀ ਕਰਨੀ ਚਾਹੀਦੀ ਹੈ ਏਜੰਟਸ ਦੇ ਉੱਤੇ? ਬਿਲਕੁਲ ਕਰਨੀ ਚਾਹੀਦੀ ਆ ਜੀ, ਬਿਲਕੁਲ ਕਰਨੀ ਚਾਹੀਦੀ ਆ। ਸਾਡਾ ਪੰਜਾਬ ਇੱਕ ਸੋਨੇ ਦੀ ਚਿੜੀਆ ਵਾ। ਅਸੀਂ ਕਹਿੰਦੇ ਇਸ ਪੰਜਾਬ ਦੇ ਵਿੱਚ ਰਹਿ ਕੇ ਹੀ ਰੋਟੀ ਖਾਓ। ਸਾਨੂੰ ਤਾਂ ਮੁਫਤ ਰੋਟੀ ਦੇ ਰਿਹਾ ਪੰਜਾਬ। ਕਿਸਾਨ ਵੀਰ ਸਾਨੂੰ ਬਿਲਕੁਲ ਬਹੁਤ ਮੁਫਤ ਰੋਟੀ ਖਿਲਾ ਰਹੇ। ਤੁਸੀਂ ਸੋਚਿਆ ਅਸੀਂ ਉਹਨਾਂ ਦਾ ਬਹੁਤ ਪਹਿਲੇ ਤੇ ਅਸੀਂ ਐਸਪੀ ਉਬਰਾਏ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ। ਉਹਨਾਂ ਨੂੰ ਬਹੁਤ ਬਹੁਤ ਅਸੀਂ ਮੁਬਾਰਕ ਕਵਾਂਗੇ ਜਿਨ੍ਹਾਂ ਨੇ ਸਾਡੀਆਂ ਬੇਟੀ ਨੂੰ ਹਰਿਆ ਕੀਤਾ, ਉੱਥੋਂ ਵਾਪਸ ਲੈ ਕੇ ਆਏ ਆ। ਥੈਂਕ ਯੂ। ਇਹ ਕੀ ਕਹਿਣਾ ਚਾਹੁੰਦੇ ਹੋ? ਆਈਆਂ ਜਿਹੜੀਆਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਅੱਜ ਜਿਹੜਾ ਦੁਬਈ ਵਿੱਚ ਜਿਹੜੀਆਂ ਲੜਕੀਆਂ ਫਸੀਆਂ ਹੋਈਆਂ ਨੇ ਕਾਫੀ, ਉਹਨਾਂ ਵਿੱਚੋਂ 12 ਲੜਕੀਆਂ ਜਿਹੜੀਆਂ ਛੁਡਾ ਕੇ ਲਿਆਂਦੀਆਂ ਗਈਆਂ ਨੇ, ਜਿਨ੍ਹਾਂ ਦੇ ਜੋ ਖਰਚੇ ਸੀ ਉਹਨਾਂ ਦੇ, ਜਿੱਥੇ ਉਹ ਲੜਕੀਆਂ ਦਿੱਤੀਆਂ ਗਈਆਂ ਸੀ ਅੱਗੇ, ਉਹਨਾਂ ਨੇ ਪੈਸੇ ਖਰਚ ਕੇ ਇਹਨਾਂ ਨੂੰ ਲੀਗਲ ਕੀਤਾ ਸੀ। ਸੋ ਏਜੰਟਾਂ ਨੇ ਉਹ ਪੈਸੇ ਲੈ ਕੇ ਲੜਕੀਆਂ ਉਹਦੇ ਹਵਾਲੇ ਕਰ ਦਿੱਤੀਆਂ ਸੀਗੀਆਂ। ਅਸੀਂ ਜਦੋਂ ਮੀਟਿੰਗ ਕੀਤੀ, ਕਿਉਂਕਿ ਮੈਨੂੰ ਜਦੋਂ ਕੰਟੈਕਟ ਕੀਤਾ ਲੜਕੀਆਂ ਨੇ, ਉਹੀ ਕਹਿ ਰਹੀਆਂ ਸੀ ਕਿ ਅਸੀਂ ਬਹੁਤ ਦੁਖੀ ਹਾਂ, ਸਾਨੂੰ ਕਮਰੇ 'ਚ ਬੰਦ ਕੀਤਾ ਹੋਇਆ ਤੇ ਸਾਨੂੰ ਛੁਡਾਓ ਕਿਸੇ ਤਰੀਕੇ ਨਾਲ ਵੀ, ਤੇ ਸਾਡੇ ਬੱਚੇ ਰੋਲ ਰਹੇ ਨੇ, ਬੱਚੇ ਰੋ ਰਹੇ ਨੇ, ਸਾਡੇ ਉੱਥੇ ਸਾਡੀਆਂ ਫੈਮਲੀਆਂ ਰੋਲ ਰਹੀਆਂ ਨੇ। ਮੈਂ ਫਿਰ ਉਹਨਾਂ ਨਾਲ ਜਾ ਕੇ ਮੀਟਿੰਗ ਕੀਤੀ। ਉਹਨਾਂ ਨੇ ਜਿੰਨੇ ਪੈਸੇ ਦੱਸੇ ਸਾਡੇ ਆਹ ਖਰਚੇ ਹੋਏ ਨੇ ਤੇ ਸਾਡੇ ਖਰਚੇ ਸਾਨੂੰ ਦੇ ਦਿਓ ਤੇ ਤੁਸੀਂ ਉਹਨਾਂ ਦੇ ਪਾਸਪੋਰਟ ਲੈ ਜਾਓ। ਸੋ ਉਹ 12 ਲੜਕੀਆਂ ਜਿਹੜੀਆਂ ਸੀ, ਉਹਨਾਂ 'ਚੋਂ ਸਾਡੀਆਂ 9 ਲੜਕੀਆਂ ਪੰਜਾਬ ਦੀਆਂ, 2 ਲੜਕੀਆਂ ਕਲਕੱਤੇ ਦੀਆਂ ਨੇ ਤੇ 1 ਲੜਕੀ ਬਿਹਾਰ ਦੀ ਸੀਗੀ। ਜਿਹੜੀਆਂ 3 ਲੜਕੀਆਂ ਉਹ ਕੱਲ੍ਹ ਆ ਗਈਆਂ ਸੀਗੀਆਂ। ਬਾਕੀ ਜਿਹੜੀਆਂ 9 ਲੜਕੀਆਂ ਸੀ, ਉਹਨਾਂ 'ਚ 8 ਲੜਕੀਆਂ ਜਿਹੜੀਆਂ ਅੱਜ ਇੰਡੀਅਨ ਐਕਸਪ੍ਰੈਸ ਜਿਹੜੀ ਆਈ ਹੈ, ਉਹਦੇ ਵਿੱਚ ਜਿਹੜੇ 에ਅਰ ਇੰਡੀਆ ਐਕਸਪ੍ਰੈਸ ਉਹਦੇ ਵਿੱਚ ਇੱਥੇ ਅੱਜ ਅੰਮ੍ਰਿਤਸਰ 에ਅਰਪੋਰਟ ਤੇ ਆ ਚੁੱਕੀਆਂ ਨੇ। 1 ਲੜਕੀ ਜਿਹੜੀ ਕੋਈ ਥੋੜੀ ਉਹਦੀ ਤਬੀਅਤ ਠੀਕ ਨਹੀਂ ਸੀ, ਇਸ ਕਰਕੇ ਉਹਨੂੰ ਰੋਕ ਲਿਆ ਗਿਆ ਤੇ ਉਹਦੀ ਵੀ ਟਿਕਟ ਹੋਈ ਹੈ। ਹਫ਼ਤੇ 10 ਦਿਨ ਤੱਕ ਉਹ ਵੀ ਲੜਕੀ ਜਿਹੜੀ ਆ ਉਹ ਵੀ ਵਾਪਸ ਆ ਜਾਏਗੀ। ਇਹ ਇੱਥੇ ਪੰਜਾਬ ਦੀਆਂ ਵੱਖ-ਵੱਖ ਸ਼ਹਿਰਾਂ ਦੀਆਂ? ਦੇਖੋ ਇਹ ਜਿਹੜੀਆਂ 8 ਲੜਕੀਆਂ ਆ ਰਹੀਆਂ ਨੇ, ਇਹ ਹੁਸ਼ਿਆਰਪੁਰ ਦੀ 1 ਲੜਕੀ ਹੈ, 1 ਲੁਧਿਆਣੇ ਦੀ ਹੈ, 2 ਨਵਾਂ ਸ਼ਹਿਰ ਦੀਆਂ ਨੇ, 1 ਜਲੰਧਰ ਦੀ ਲੜਕੀ ਹੈ, 1 ਮੁਕਤਸਰ ਸਾਹਿਬ ਦੀ ਹੈ, 1 ਅੰਮ੍ਰਿਤਸਰ ਦੀ ਲੜਕੀ ਹੈਗੀ ਹੈ। ਸੋ ਇਸ ਤਰੀਕੇ ਨਾਲ ਕਪੂਰਥਲੇ ਦੀ 2 ਲੜਕੀਆਂ ਨੇ, ਜਿਹਨਾਂ 1 ਲੜਕੀ ਅੱਜ ਆ ਰਹੀ ਹੈ ਤੇ 1 ਲੜਕੀ ਜਿਹੜੀ ਕਪੂਰਥਲੇ ਦੀ ਹੈ ਉਹ ਉੱਥੇ ਰੋਕ ਲਈ ਗਈ ਹੈ, ਲੇਕਿਨ ਅਗਲੇ ਹਫ਼ਤੇ ਜਾਂ 10 ਦਿਨ ਦੇ ਵਿੱਚ ਉਹ ਵੀ ਲੜਕੀ ਜਿਹੜੀ ਇੱਥੇ ਆ ਜਾਏਗੀ। ਕਿਸ ਤਰ੍ਹਾਂ ਦੇ ਲਾਭ ਦੱਸੇ ਉਹਨਾਂ ਨੇ? ਹਾਲਾਤ ਦੱਸਿਆ ਕਿ ਬਹੁਤ ਤੰਗ ਨੇ ਉੱਥੇ, ਕੰਮ ਜ਼ਿਆਦਾ ਕਰਨਾ ਪੈਂਦਾ ਉਹਨਾਂ ਨੂੰ, ਤਨਖਾਹ ਜ਼ਿਆਦਾ ਨਹੀਂ ਮਿਲਦੀ ਉਹਨਾਂ ਨੂੰ। ਸੋ ਕੰਮ ਕਰਕੇ ਰਾਜੀ ਨਹੀਂ ਹੈ ਕੋਈ ਵੀ, ਕਿਉਂਕਿ ਜੇ 16-18 ਘੰਟੇ ਡੇਲੀ ਕੰਮ ਕਰਨਾ ਪਵੇ ਬੱਚਿਆਂ ਨੂੰ, ਉਹ ਨਹੀਂ ਕਰ ਸਕਦੇ, ਇੰਨੇ ਆਦੀ ਨਹੀਂ ਆ ਉਹ। ਬਾਕੀ ਹੁਣ ਤੁਸੀਂ ਆ ਇੰਟਰਵਿਊ ਲਾਈ ਜੋ ਲੜਕੀਆਂ ਦੀ ਹੋਈ, ਉਹ ਵੀ ਤੁਹਾਨੂੰ ਆਪਣੀ ਜ਼ਬਾਨੀ ਵੀ ਸਾਰਾ ਦੱਸ ਦੇਣਗੀਆਂ। ਇਲੀਗਲ ਨਹੀਂ ਹੈ ਕਿ ਲੀਗਲ ਸੀ? ਨਹੀਂ, ਲੜਕੀਆਂ ਸਾਰੀਆਂ 2 ਹਫ਼ਤੇ ਦੇ ਵੀਜ਼ੇ ਤੇ ਜਾਂਦੀਆਂ ਨੇ। ਏਜੰਟਸ ਇੱਥੋਂ ਪੈਸਾ ਲੈ ਕੇ ਉਹਨਾਂ ਨੂੰ ਉੱਥੇ ਜਾ ਕੇ 2 ਹਫ਼ਤੇ ਬਾਅਦ ਇਲੀਗਲ ਹੋ ਜਾਂਦੀਆਂ ਕੁੜੀਆਂ ਉਹ। ਫਿਰ ਉਹਨਾਂ ਨੇ ਡਰਾਵਾ ਦਿੱਤਾ ਜਾਂਦਾ ਕਿ ਹੁਣ ਤੁਸੀਂ ਕੁਝ ਬੋਲੋਗੇ ਤਾਂ ਤੁਹਾਨੂੰ ਪੁਲਿਸ ਫੜ ਕੇ ਲੈ ਜਾਏਗੀ। ਇਸ ਕਰਕੇ ਲੜਕੀਆਂ ਦਬ ਕੇ ਰਹਿ ਜਾਂਦੀਆਂ ਨੇ। ਫਿਰ ਜਿੱਥੇ ਵੀ ਉਹ ਕਹਿਣਗੇ ਉਹਨਾਂ ਨੂੰ ਕੰਮ ਕਰਨਾ ਪੈਂਦਾ। ਜਿੱਥੇ ਉਹ ਦੁਬਾਰਾ ਕੰਮ ਕਰਨ ਲਈ ਭੇਜਦੇ ਨੇ, ਉੱਥੋਂ ਏਜੰਟ ਫਿਰ ਪੈਸਾ ਲੈ ਲੈਂਦੇ ਨੇ। ਸੋ ਇਹ ਜਿਹੜੇ ਬੱਚਿਆਂ ਨੂੰ ਅਸੀਂ ਪੇਮੈਂਟਾਂ ਦੇ ਕੇ ਲੈ ਕੇ ਆਏ ਹਾਂ, ਇਹ ਪੈਸੇ ਸਿਰਫ ਅਸੀਂ ਜਿਨ੍ਹਾਂ ਕੋਲ ਲੜਕੀਆਂ ਕੰਮ ਕਰ ਰਹੀਆਂ ਸੀ, ਜਿਨ੍ਹਾਂ ਨੇ ਲੈ ਲਈਆਂ ਸੀ ਲੜਕੀਆਂ, ਇਹ ਪੇਮੈਂਟਾਂ ਉਹਨਾਂ ਨੂੰ ਕੀਤੀਆਂ ਗਈਆਂ ਜਿਹੜੇ ਉਹਨਾਂ ਦੇ ਜੈਨੂਅਨ ਖਰਚੇ ਹੋਏ ਸੀ। ਉਹਨਾਂ ਦਾ ਕੋਈ ਕਸੂਰ ਨਹੀਂ ਹੈ। ਉਹਨਾਂ ਨੇ ਤਾਂ ਦੇਖੋ ਇਲੀਗਲ ਲੜਕੀ ਨੂੰ ਵੀਜ਼ਾ ਦੇ ਕੇ ਲੀਗਲ ਕਰ ਦਿੱਤਾ। ਉਹਨਾਂ ਦੇ ਜੈਨੂਅਨ ਖਰਚੇ ਹੋਏ ਸੀ, ਉਹ ਖਰਚੇ ਜਿਹੜੇ ਆ ਉਹ ਅਸੀਂ ਉਹਨਾਂ ਨੂੰ ਦੇ ਕੇ, ਚਾਹੇ ਉਹ ਲੱਖ ਹੈ, ਚਾਹੇ 1.5 ਲੱਖ, ਚਾਹੇ 2 ਲੱਖ ਹੈ। ਫਿਰ ਕੁਝ ਲੜਕੀਆਂ ਓਵਰਸਟੇ ਹੋ ਜਾਂਦੀਆਂ ਨੇ, ਸੋ ਉਹਨਾਂ ਨੂੰ ਫਿਰ ਜਿਹੜਾ ਕਿ ਫਾਈਨ ਭਰਨੇ ਪੈਂਦੇ ਆ। ਸੋ ਇਹਨਾਂ ਲੜਕੀਆਂ ਦਾ ਅਸੀਂ ਫਾਈਨ ਵੀ ਭਰੇ ਨੇ, ਇਹਦੇ ਟਿਕਟਾਂ ਵੀ ਕਰਾਈਆਂ, ਇਹਨਾਂ ਦੇ ਕਰੋਨਾ ਟੈਸਟ ਹੈ। ਹੁਣ ਉੱਥੇ ਕਰੋਨਾ ਟੈਸਟ ਦਾ ਵੀ 3000 ਰੁਪਇਆ ਖਰਚਾ ਆਉਂਦਾ ਇੱਕ ਟੈਸਟ ਦੇ ਉੱਤੇ। ਸੋ ਉਹ ਵੀ ਸਾਰੀਆਂ ਲੜਕੀਆਂ ਦੇ ਅਸੀਂ ਕਰੋਨਾ ਟੈਸਟ ਵੀ ਕਰਾਏ ਨੇ। ਸੋ ਇਸ ਤਰੀਕੇ ਨਾਲ 7 ਲੜਕੀਆਂ ਪਹਿਲਾਂ ਆ ਗਈਆਂ ਸੀਗੀਆਂ ਤੇ 12 ਹੁਣ ਹੋ ਗਈਆਂ ਨੇ। ਬਾਕੀ ਜਿਹੜੀਆਂ ਲੜਕੀਆਂ 200 ਤੋਂ ਉੱਤੇ ਲੜਕੀਆਂ ਹੈਗੀਆਂ ਨੇ, ਸੋ ਟਰਸਟ ਵੱਲੋਂ ਸਾਡੀ ਕੋਸ਼ਿਸ਼ ਜਾਰੀ ਹੈ ਕਿ 10-10, 12-12 ਲੜਕੀਆਂ ਕਰਕੇ ਇਸ ਤਰ੍ਹਾਂ ਆਪਾਂ ਥੋੜ੍ਹੇ ਪੈਸੇ ਦੇ ਕੇ ਉਹਨਾਂ ਨੂੰ ਤੇ ਇਹ ਲੜਕੀਆਂ ਜਿਹੜੀਆਂ ਅਸੀਂ ਵਾਪਸ ਲਿਆਵਾਂਗੇ। 2 ਮਹੀਨੇ ਪਹਿਲਾਂ ਜਿਹੜੇ ਇੱਥੇ CIFS ਦਾ ਜਿਹੜਾ ਸਟਾਫ ਹੈਗਾ ਇੱਥੇ 에ਅਰਪੋਰਟ ਦਾ, ਸੋ ਇਹਨਾਂ ਨੇ ਵੀ ਸਾਨੂੰ ਅਪਰੋਚ ਕੀਤੀ ਸੀ। ਇੱਕ ਲੜਕੀ ਹਰਿਆਣੇ ਦੀ ਸੀਗੀ, ਸੋ ਉਹਦੀ ਉੱਥੇ ਅਸੀਂ ਹੈਲਪ ਕੀਤੀ ਤੇ ਇਹਨਾਂ ਦੀ ਮਤਲਬ ਕਿ ਬੜੀ ਇਹਨਾਂ ਦੀ ਹਿੰਮਤ ਹੈ ਵੀ ਇਹਨਾਂ ਨੇ ਕਰਕੇ, ਇਹਨਾਂ ਦੇ ਉਪਰਾਲੇ ਦੇ ਨਾਲ ਉਹ ਲੜਕੀ ਜਿਹੜੀ 2 ਮਹੀਨੇ ਪਹਿਲਾਂ ਉਹ ਵਾਪਸ ਆ ਗਈ ਸੀ। ਕੋਈ ਸਰੀਰ ਸ਼ੋਸ਼ਣ ਵੀ ਕੀਤਾ ਗਿਆ ਦੱਸਿਆ? ਨਹੀਂ, ਬਹੁਤ ਘੱਟ ਹੈ ਜੀ। ਇਹ ਤਾਂ ਆਪਾਂ ਗੱਲਾਂ ਹੀ ਨੇ ਕਹਿਣ ਦੀਆਂ ਵੀ ਹੁੰਦਾ ਹੈ, ਇਹੋ ਜਿਹਾ ਕੁਝ ਹੈ ਨਹੀਂ। ਕੋਈ ਕੇਸ ਇਹੋ ਜਿਹਾ ਸਾਹਮਣੇ ਆਇਆ ਨਹੀਂ, ਕਿਉਂਕਿ ਜਿਹੜੀ ਲੜਕੀ ਕੰਮ ਕਰ ਰਹੀ ਹੈ ਨਾ ਜੀ,
ਉਹ ਜਿਸ ਫੈਮਿਲੀ 'ਚ ਕੰਮ ਕਰ ਰਹੀ ਹੈ ਉੱਥੇ ਲੇਡੀਜ਼ ਵੀ ਹੈਗੀਆਂ, ਬੱਚੇ ਵੀ ਹੈਗੇ ਨੇ ਸਾਰੇ, ਸੋ ਉਹ ਫੈਮਿਲੀ 'ਚ ਕੰਮ ਕਰ ਰਹੀਆਂ। ਉਹ ਵੱਖਰੀ ਗੱਲ ਹੈ ਕਿ ਫੈਮਿਲੀ ਦੇ ਮੈਂਬਰ 20-25 ਮੈਂਬਰ ਹੈਗੇ ਆ, ਤੇ ਇਹੋ ਜਿਹੀ ਕੋਈ ਗੱਲ ਹੈ ਨਹੀਂ ਹੈ ਜਿਹੜੀ ਐਵੇਂ ਅਸੀਂ ਕਹਿ ਦਿੰਦੇ ਹਾਂ ਕਿ ਇਦਾਂ ਦਾ ਕੀਤਾ ਜਾਂਦਾ। ਮੇਰੇ ਕੋਲ ਕੋਈ ਇਹੋ ਜਿਹਾ ਕੇਸ ਆਇਆ ਨਹੀਂ ਗਾ, ਤੇ ਜੇ ਕਦਾ ਹੋਏਗਾ ਵੀ ਤੇ ਉਹ ਕੋਈ ਦੱਸੇਗਾ ਨਹੀਂ ਵੀ ਇਸ ਤਰ੍ਹਾਂ ਦੀ ਕੋਈ ਗੱਲ ਹੈ। ਟਰਸਟ ਨੂੰ ਕਿੰਨੀਆਂ ਕੁੜੀਆਂ ਲੈ ਕੇ ਜਾ ਹਾਂਜੀ, ਟਰਸਟ ਨੂੰ ਕਿੰਨੀਆਂ ਕੁ ਲੜਕੇ ਲੈ ਕੇ ਆਏ ਤੱਕ? ਦੇਖੋ ਇਹ ਜਿਹੜੇ ਇਸ ਚੱਕਰ ਦਾ ਉਹਦੇ ਵਿੱਚ ਸਾਡੀਆਂ ਹੁਣ ਤੱਕ ਆ ਚੁੱਕੀਆਂ ਨੇ ਤਕਰੀਬਨ 7 ਪਹਿਲਾਂ ਸੀ ਤੇ 12 ਹੁਣ ਹੋ ਗਈਆਂ, 19 ਹੋ ਗਈਆਂ। ਲੇਕਿਨ ਇਸ ਤੋਂ ਇਲਾਵਾ ਜਿਹੜੇ ਟਰਸਟ ਦੇ ਜਿਹੜੇ ਕੰਮ ਸੀਗੇ, ਜਿਸ ਤਰ੍ਹਾਂ ਕਿ ਡੈੱਡ ਬੋਡੀਜ਼ ਅਸੀਂ ਕਰ ਰਹੇ ਹਾਂ। ਸੋ ਡੈੱਡ ਬੋਡੀ ਸਾਡੀਆਂ 216 ਦੇ ਕਰੀਬ ਡੈੱਡ ਬੋਡੀਜ਼ ਹੈ, ਚਾਹੇ ਐਕਸੀਡੈਂਟਲ ਡੈੱਡ ਬੋਡੀ ਹੈ, ਚਾਹੇ ਉਹ ਸਾਡਾ ਕਿਸੇ ਦਾ ਬਿਮਾਰੀ ਨਾਲ ਡੈਥ ਹੋ ਗਈ, ਚਾਹੇ ਕਿਸੇ ਦਾ ਮਰਡਰ ਹੋ ਗਿਆ ਜਾਂ ਸੁਸਾਈਡ ਕਰ ਲਿਆ ਕਿਸੇ ਨੇ। ਸੋ ਉਹ ਡੈੱਡ ਬੋਡੀ ਸਾਰੀਆਂ ਜਿਹੜੀਆਂ ਅਸੀਂ ਘਰ ਤੱਕ ਪਹੁੰਚਾਉਂਦੇ ਹਾਂ। ਘਰ ਪਹੁੰਚਾ ਕੇ ਫਿਰ ਘਰ ਦੀ ਹਾਲਤ ਦੇਖ ਕੇ ਅਸੀਂ ਉਹਨਾਂ ਦੀ ਪੈਨਸ਼ਨ ਵੀ ਲਗਾਉਂਦੇ ਹਾਂ, ਬੱਚਿਆਂ ਦੇ ਵਿਆਹ ਹੋਣ ਵਾਲੇ ਉਹਨਾਂ ਦੀ FTR ਵੀ ਤਿਆਰ ਕਰਾਉਂਦੇ ਹਾਂ ਅਸੀਂ ਸਾਰਾ, ਉਹ ਹੈਗਾ। ਤੀਸਰਾ ਜਿਹੜਾ ਕੰਮ ਸੀਗਾ ਉਹ ਹੈ ਕਿ ਜਿਹੜੇ ਬੱਚਿਆਂ ਨੂੰ ਉੱਥੇ ਸਾਡਿਆਂ ਨੂੰ ਫਾਂਸੀ ਸਜ਼ਾ ਹੋ ਜਾਂਦੀ ਹੈ ਜਾਂ ਉਮਰ ਕੈਦ ਦੀ ਸਜ਼ਾ ਹੋ ਜਾਂਦੀ ਹੈ, ਸੋ ਉਹਨਾਂ ਦੇ ਕੇਸ ਵੀ ਮੈਂ ਲੜ ਕੇ ਤੇ ਬਲੱਡ ਮਨੀ ਇੱਕ ਰਸਤਾ ਹੈਗਾ, ਉਹ ਅਸੀਂ ਬਲੱਡ ਮਨੀ ਪੇ ਕਰਨ ਤੋਂ ਬਾਅਦ ਉਹਨਾਂ ਬੱਚਿਆਂ ਦੀ ਫਾਂਸੀਆਂ ਮਿਲਾਪ ਕਰਾ ਕੇ ਲੈ ਕੇ ਆਉਂਦੇ। ਉਹਨਾਂ ਦੀ ਗਿਣਤੀ ਜਿਹੜੀ ਹੈ 113 ਹੋ ਚੁੱਕੀ ਹੈ। ਤੇ ਜਾ ਕੇ ਜੇ ਹੁਣ ਕਰੋਨਾ ਜਿਹੜਾ ਸਟਾਰਟ ਹੋਇਆ ਤੇ ਉਦੋਂ ਕੰਪਨੀਆਂ ਉੱਥੇ ਬੰਦ ਹੋਣ ਕਰਕੇ ਲੋਕੀ ਫਸ ਗਏ ਸੀ, ਸੋ ਉਹ ਵੀ 4 ਚਾਰਟਰਡ ਪਲੇਨ ਕੀਤੇ ਗਏ ਸੀ ਟਰਸਟ ਵੱਲੋਂ, ਤੇ ਉਹਨਾਂ ਵਿੱਚੋਂ ਬੱਚਿਆਂ ਨੂੰ ਜਿਹੜਾ ਛੁਡਾ ਕੇ ਅਸੀਂ ਲੈ ਕੇ ਆਏ, ਜਿਨ੍ਹਾਂ ਤੋਂ ਤਕਰੀਬਨ ਕੋਈ 250 ਦੇ ਕਰੀਬ ਬੱਚਾ ਉਹ ਸੀ ਜਿਨ੍ਹਾਂ ਕੋਲ ਬਿਲਕੁਲ ਟਿਕਟ ਦੇ ਪੈਸੇ ਨਹੀਂ ਸੀ। ਅਸੀਂ ਉਹਨਾਂ ਨੂੰ 2-2 ਹਫ਼ਤੇ 3-3 ਹਫ਼ਤੇ ਆਪਣੇ ਕੈਂਪ 'ਚ ਰੱਖਿਆ, ਉੱਥੇ ਖਾਣਾ ਪਾਣੀ ਫ੍ਰੀ ਦਿੱਤਾ 3 ਟਾਈਮ ਦਾ, ਰਿਹਾਇਸ਼ ਫ੍ਰੀ ਦਿੱਤੀ, ਫਿਰ ਟਿਕਟਾਂ ਖਰਚ ਕੇ ਤਾਂ ਅਸੀਂ ਉਹਨਾਂ ਨੂੰ ਲਿਆ ਕੇ ਇੱਥੇ ਪੰਜਾਬ ਜਿਹੜਾ ਪੰਜਾਬ, ਹਿਮਾਚਲ, ਹਰਿਆਣਾ, JNK, ਸੋ ਇਹ 4 ਸਟੇਟਾਂ ਦੇ ਬੱਚੇ ਸੀ ਜਿਹੜੇ ਉਹਨਾਂ ਨੂੰ ਅਸੀਂ ਘਰੋਂ ਘਰੀ ਪਹੁੰਚਾਇਆ।